हाँ जी, सत श्री अकाल जी। पंजाबी ਸਾਹਿਤਕਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਅੰਮ੍ਰਿਤਾ ਪ੍ਰੀਤਮ ਦੇ ਕਾਵ ਸੰਗ੍ਰਹਿ ਕਰ ਰਹੇ ਸੀ। ਐਕਚੁਅਲੀ ਉਹ ਇੱਕ ਪਾਰਟ ਵਿੱਚ ਹਾਫ ਵੀਡੀਓ ਬਣੀ ਹੈ। ਹੁਣ ਦੂਸਰਾ ਪਾਰਟ ਸਟਾਰਟ ਕਰ ਰਹੀ ਹਾਂ। ਉਹਦੇ ਵਿੱਚ ਸਾਡੇ 3 ਹੀ ਕਾਵ ਸੰਗ੍ਰਹਿ ਰਹਿ ਗਏ ਸੀ, ਉਹਨਾਂ ਬਾਰੇ ਦੱਸਾਂਗੀ। ਬਟ ਇਸ ਤੋਂ ਪਹਿਲੇ ਇੱਕ ਇੰਪੋਰਟੈਂਟ ਇਨਫੋਰਮੇਸ਼ਨ, ਪੰਜਾਬੀ ਮਾਸਟਰ ਕੇਡਰ ਦੀਆਂ ਕਲਾਸਿਸ ਚੱਲ ਰਹੀਆਂ, ਤੁਸੀਂ ਜੁਆਇਨ ਕਰ ਸਕਦੇ ਹੋ। ਹਰਿਆਣਾ ਦੇ ਲਈ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਪੀਟੈਟ ਤੇ ਸੀਟੈਟ ਦੀਆਂ ਕਲਾਸਿਸ ਵੀ ਚੱਲ ਰਹੀਆਂ, ਠੀਕ ਹੈ। ਹਰਿਆਣਾ ਦੀਆਂ ਵੀ ਪੋਸਟਾਂ ਜਿਹੜੀਆਂ ਆਈਆਂ ਹੋਈਆਂ ਅਪਲਾਈਡ ਨੇ, ਜਿਨ੍ਹਾਂ ਕੈਂਡੀਡੇਟ ਨੇ ਅਪਲਾਈ ਕੀਤਾ ਹੋਇਆ ਉਹ ਮੈਨੂੰ ਕੰਟੈਕਟ ਕਰ ਸਕਦੇ ਨੇ। ਔਰ ਜਿਹੜੇ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਹੈ ਉਹ ਆਪਣਾ ਸੀਟੈਟ ਦਾ ਪੇਪਰ ਦੇ ਦੇਣ, ਜਾਂ ਜਿਨ੍ਹਾਂ ਦਾ ਐਚਟੈਟ ਕਲੀਅਰ ਹੈ, ਕਿਉਂਕਿ ਨੈਕਸਟ ਮੰਥ ਪੋਰਟਲ ਦੁਬਾਰਾ ਓਪਨ ਹੋਏਗਾ ਤੇ ਤੁਸੀਂ ਦੁਬਾਰਾ ਤੋਂ ਅਪਲਾਈ ਕਰ ਸਕਦੇ ਹੋ, ਜਿਹਦੇ ਨਾਲ ਤੁਸੀਂ ਕਿ ਹਰਿਆਣਾ ਪੰਜਾਬੀ ਮਾਸਟਰ ਕੇਡਰ ਦਾ ਜਿਹੜਾ ਸਕਰੀਨਿੰਗ ਹੈ ਉਹ ਦੇ ਸਕਦੇ ਹੋ। ਤੇ ਪੰਜਾਬੀ ਮਾਸਟਰ ਕੇਡਰ ਦੀਆਂ ਕਲਾਸਿਸ ਵੀ ਚੱਲ ਰਹੀਆਂ। ਸੀਟੈਟ ਆਇਆ ਹੋਇਆ, ਜਿਹੜੇ ਹਰਿਆਣਾ ਪੰਜਾਬੀ ਮਾਸਟਰ ਕੇਡਰ ਲਈ ਇੰਟਰਸਟਿਡ ਨੇ ਉਹ ਸੀਟੈਟ ਦਾ ਪੇਪਰ ਕਲੀਅਰ ਕਰਕੇ ਵੀ ਪੰਜਾਬੀ ਮਾਸਟਰ ਕੇਡਰ ਦੇ ਸਕਦੇ ਨੇ। ਕਿਉਂਕਿ ਸਰਕਾਰ ਨੇ, ਹਰਿਆਣਾ ਗਵਰਨਮੈਂਟ ਨੇ ਕਿਹਾ ਹੈ ਕਿ ਜੇ ਤੁਹਾਡੇ ਕੋਲ ਐਚਟੈਟ ਤੁਸੀਂ ਨਹੀਂ ਕੀਤਾ ਹੋਇਆ ਬਟ ਸੀਟੈਟ ਕੁਆਲੀਫਾਈਡ ਹੋ, ਤਾਂ ਵੀ ਤੁਸੀਂ ਉਹਨਾਂ ਦਾ ਜਿਹੜਾ ਹੈ ਗਵਰਨਮੈਂਟ ਜੌਬ ਦਾ ਪੇਪਰ ਜਿਹੜਾ ਹੈ ਮਾਸਟਰ ਕੇਡਰ ਦਾ ਉਹ ਦੇ ਸਕਦੇ ਹੋ, ਠੀਕ ਹੈ ਜੀ। ਮੇਰਾ ਕੰਟੈਕਟ ਨੰਬਰ 7717639393। ਤੁਸੀਂ ਮੈਨੂੰ ਇਹਦੇ ਤੇ WhatsApp ਤੇ ਕਾਲ ਕਰ ਸਕਦੇ ਹੋ ਤੇ ਕਲਾਸਿਸ ਜੁਆਇਨ ਕਰ ਸਕਦੇ ਹੋ। हाँ जी, अगला काव संग्रह लेके आ रही हाँ नागमनी, ठीक है जी। नागमनी 1964 ਵਿੱਚ ਆਇਆ ਸੀ। ਜਿਹੜਾ ਨਾਗਮਨੀ ਕਾਵ ਸੰਗ੍ਰਹਿ ਹੈ ਨਾ, ਇਹ ਇੰਨਾ ਜ਼ਿਆਦਾ ਇੰਪੋਰਟੈਂਟ ਕਿਉਂ ਹੈ? ਕਿਉਂਕਿ ਇਸ ਵਿੱਚ ਇੱਕ ਕਵੀ ਦੀ ਜਿਹੜੀ ਕਲਪਨਾ ਸ਼ਕਤੀ ਹੈ, ਠੀਕ ਹੈ। ਹੁਣ ਕਲਪਨਾ ਸ਼ਕਤੀ ਹੁੰਦੀ ਹੈ ਤਾਂ ਹੀ ਉਹ ਕਵਿਤਾ ਲਿਖਦਾ ਹੈ। ਹੁਣ ਪਰ ਉਹ ਕਲਪਨਾ ਸ਼ਕਤੀ ਜਿਹੜੀ ਹੈ ਇੰਨੀ ਸਿਖਰ ਤੇ ਪਹੁੰਚ ਜਾਂਦੀ ਹੈ ਇਸ ਕਾਵ ਸੰਗ੍ਰਹਿ ਵਿੱਚ, ਨਾਗਮਨੀ ਕਾਵ ਸੰਗ੍ਰਹਿ ਵਿੱਚ ਅੰਮ੍ਰਿਤਾ ਦੀ ਕਲਪਨਾ ਸ਼ਕਤੀ ਜਿਹੜੀ ਹੈ ਇੰਨੀ ਸਿਖਰ ਤੇ ਪਹੁੰਚ ਜਾਂਦੀ ਹੈ ਕਿ ਜੋ ਚੀਜ਼ਾਂ ਨਹੀਂ ਵੀ ਹੋਈਆਂ, ਜਿਨ੍ਹਾਂ ਦਾ ਵਜੂਦ ਵੀ ਨਹੀਂ ਹੈ, ਉਸ ਦਾ ਵੇਰਵਾ ਵੀ ਉਹ ਆਪਣੀਆਂ ਕਵਿਤਾਵਾਂ ਵਿੱਚ ਦੇ ਦਿੰਦੀ ਹੈ। ਕੀ ਹੁੰਦਾ ਹੈ ਕਿ ਕੁਛ ਨਾ ਕੁਛ ਸਾਨੂੰ ਮਿਲਦਾ ਹੈ, ਥੋੜਾ ਬਹੁਤਾ ਆਈਡੀਆ ਮਿਲਦਾ ਹੈ, ਥੋੜਾ ਬਹੁਤਾ ਅਸੀਂ ਸਮਾਜ ਵਿੱਚ ਦੇਖਦੇ ਹਾਂ, ਉਹਦੇ ਨਾਲ ਅਸੀਂ ਆਪਣੀ ਕਲਪਨਾ ਮਿਲਾ ਕੇ ਕੁਛ ਨਾ ਕੁਛ ਲਿਖ ਦਿੰਦੇ ਹਾਂ। ਬਟ ਇਸ ਲੈਵਲ ਤੇ ਆ ਕੇ ਨਾਗਮਨੀ ਕਾਵ ਸੰਗ੍ਰਹਿ ਤੱਕ ਪਹੁੰਚ ਕੇ ਜੋ ਕੁਛ ਨਹੀਂ ਵੀ ਹੋਇਆ ਉਸਨੂੰ ਵੀ ਉਸਨੇ ਲਿਖ ਦਿੱਤਾ। ਕਲਪਨਾ ਸ਼ਕਤੀ ਉਸਦੀ ਸਿਖਰ ਤੇ ਪਹੁੰਚ ਜਾਂਦੀ ਹੈ ਨਾਗਮਨੀ ਵਿੱਚ। ਪ੍ਰੇਮ ਦਾ ਅਜਨਬੀ ਕ੍ਰਿਤ ਇਸ ਕਾਵ ਸੰਗ੍ਰਹਿ ਵਿੱਚ ਕੀਤਾ ਹੈ। ਰੋਮਾਂਟਿਕ ਪ੍ਰਗਤੀਵਾਦ, ਤੁਹਾਨੂੰ ਪਿਛਲੇ ਜਿਹੜੀ ਤੁਸੀਂ ਵੀਡੀਓ ਦੇਖੀ ਹੋਈ ਹੈ, ਜਿਨ੍ਹਾਂ ਨੇ ਨਹੀਂ ਦੇਖੀ ਉਹ ਵੀ ਦੇਖ ਲੈਣ, ਤਾਂ ਹੀ ਅਗਲੀ ਵੀਡੀਓ ਦਾ ਕਨਸੈਪਟ ਕਲੀਅਰ ਹੋਏਗਾ। ਪ੍ਰਗਤੀਵਾਦ ਜਿਹੜਾ ਹੈ ਉਹ ਆਪਣੀ ਕਿਸ ਕਾਵ ਸੰਗ੍ਰਹਿ ਵਿੱਚ ਸੀ ਉਹ ਤੁਹਾਨੂੰ ਦੱਸਿਆ, ਪਰ ਇਸ ਕਾਵ ਸੰਗ੍ਰਹਿ ਵਿੱਚ ਰੋਮਾਂਟਿਕ ਪ੍ਰਗਤੀਵਾਦ ਹੋ ਜਾਂਦੀ ਹੈ। ਕਿਉਂਕਿ ਪਿਛਲੇ ਕਾਵ ਸੰਗ੍ਰਹਿ ਵਿੱਚ ਜਦੋਂ ਪ੍ਰਗਤੀਵਾਦ ਹੁੰਦੀ ਹੈ ਉਹ ਕਾਮੀ ਕਿਸਾਨ ਮਜ਼ਦੂਰਾਂ ਦੀ ਗੱਲ ਕਰਦੀ ਹੈ, ਤੇ ਰੋਮਾਂਟਿਕ ਪ੍ਰਗਤੀਵਾਦ ਜਦੋਂ ਹੋ ਜਾਂਦੀ ਹੈ ਤਾਂ ਉਹ ਪ੍ਰੇਮ ਦੀ ਗੱਲ ਕਰਦੀ ਹੈ, ਠੀਕ ਹੈ। ਇਹਦੇ ਵਿੱਚ ਅਣਹੋਏ ਵੇਰਵਿਆਂ ਦਾ ਵੀ ਉਹ ਚਿਤਰਨ ਕਰਦੀ ਹੈ। ਉਸ ਤੋਂ ਬਾਅਦ ਇਸ ਦੀ ਜਿਹੜੀ ਇੰਪੋਰਟੈਂਟ ਕਵਿਤਾ ਹੈ ਉਹ ਹੈ ਅੱਗ ਦੀ ਬਾਤ, ਕਿਉਂਕਿ ਹਰ ਕਾਵ ਸੰਗ੍ਰਹਿ ਵਿੱਚੋਂ ਇੰਪੋਰਟੈਂਟ ਪੁਆਇੰਟਸ ਤੁਹਾਨੂੰ ਮੈਂ ਦੱਸੀ ਹੈ। ਨੈਕਸਟ ਕਾਵ ਸੰਗ੍ਰਹਿ ਕਾਗਜ਼ ਤੇ ਕੈਨਵਸ। ਇੱਕ ਗਿਆਨਪੀਠ ਪੁਰਸਕਾਰ ਮਿਲਦਾ ਹੈ। ਉਹ ਜਿਹੜਾ ਪੁਰਸਕਾਰ ਹੈ ਲੈਂਗੁਏਜ ਵਿੱਚ, ਲਿਟਰੇਚਰ ਤੇ ਮਿਲਦਾ ਹੈ। ਜ਼ਰੂਰੀ ਨਹੀਂ ਉਹ ਪੰਜਾਬੀ ਤੇ, ਆਲ ਓਵਰ ਇੰਡੀਆ ਦੇ ਜਿਹੜੇ ਲਿਟਰੇਚਰ ਹੈ ਉਹ ਤੇ ਮਿਲਦਾ ਹੈ। ਹੁਣ ਤੱਕ ਗਿਆਨਪੀਠ 2 ਜਾਣਿਆਂ ਨੂੰ ਮਿਲਿਆ ਹੋਇਆ, ਇੱਕ ਗੁਰਦਿਆਲ ਸਿੰਘ ਜੀ ਨੂੰ ਤੇ ਦੂਜਾ ਅੰਮ੍ਰਿਤਾ ਪ੍ਰੀਤਮ ਨੂੰ। ਹੁਣ ਤੁਹਾਡੇ ਲਈ ਕੁਐਸਚਨ ਹੈ ਕਿ ਅੰਮ੍ਰਿਤਾ ਪ੍ਰੀਤਮ ਨੂੰ ਕਿਹੜੇ ਸਾਲ ਵਿੱਚ ਗਿਆਨਪੀਠ ਮਿਲਿਆ ਸੀ, ਤੇ ਗੁਰਦਿਆਲ ਸਿੰਘ ਜੀ ਨੂੰ ਕਿਹੜੀ ਰਚਨਾ ਤੇ ਕਿਹੜੀ ਸਾਲ ਜਿਹੜਾ ਹੈ ਗਿਆਨਪੀਠ ਮਿਲਿਆ ਸੀ। ਮੈਨੂੰ ਪਤਾ ਤੁਹਾਨੂੰ ਆਉਂਦਾ ਹੈ ਤੇ ਮੈਨੂੰ ਤੁਸੀਂ ਇਹ ਕੁਐਸਚਨਸ ਦੇ ਆਨਸਰ ਜਿਹੜੇ ਹੈ ਕਮੈਂਟ ਬਾਕਸ ਵਿੱਚ ਦੋਗੇ। ਕਾਗਜ਼ ਤੇ ਕੈਨਵਸ ਤੇ ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਮਿਲਿਆ ਹੋਇਆ ਇਸ ਕਰਕੇ ਇੰਪੋਰਟੈਂਟ ਹੈ। 1979 ਦੇ ਵਿੱਚ ਇਹ ਕਾਵ ਸੰਗ੍ਰਹਿ ਆਇਆ ਸੀ। ਇਸ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ। ਦੂਜਾ ਭਾਗ ਜਿਹੜਾ 79 ਵਿੱਚ ਆਇਆ ਸੀ, ਇਸ ਤੋਂ ਪਹਿਲਾਂ ਇੱਕ ਭਾਗ ਆ ਚੁੱਕਾ ਹੋਇਆ ਸੀ। ਐਕਚੁਅਲੀ ਇੱਕ ਵਰਡ ਮੈਂ ਪਿਛਲੇ ਕਰਵਾਉਂਦੇ ਹੋਏ ਵੀ ਯੂਜ਼ ਕੀਤਾ ਸੀ, ਪ੍ਰਤੀਨਿਧ ਕਾਵ ਸੰਗ੍ਰਹਿ। ਪ੍ਰਤੀਨਿਧ ਕਾਵ ਸੰਗ੍ਰਹਿ ਕੀ ਹੁੰਦੇ ਨੇ? ਜਿਹੜੇ ਬਾਕੀ ਕਾਵ ਸੰਗ੍ਰਹਿਵਾਂ ਵਿੱਚੋਂ ਵੀ ਕਵਿਤਾਵਾਂ ਚੁਣ ਕੇ ਜਿਨ੍ਹਾਂ ਦੀਆਂ ਐਡ ਕੀਤੀਆਂ ਜਾਂਦੀਆਂ ਉਹਨਾਂ ਨੂੰ ਪ੍ਰਤੀਨਿਧ ਕਾਵ ਸੰਗ੍ਰਹਿ ਕਹਿੰਦੇ। ਕਾਗਜ਼ ਤੇ ਕੈਨਵਸ ਵੀ ਇੱਕ ਪ੍ਰਤੀਨਿਧ ਕਾਵ ਸੰਗ੍ਰਹਿ। ਇਹ ਸਭ ਤੋਂ ਵੱਡਾ ਕਾਵ ਸੰਗ੍ਰਹਿ ਹੈ ਅੰਮ੍ਰਿਤਾ ਦਾ, ਠੀਕ ਹੈ ਜੀ। ਜੇ ਕੁਐਸਚਨ ਆ ਜਾਂਦਾ ਅੰਮ੍ਰਿਤਾ ਦਾ ਸਭ ਤੋਂ ਵੱਡਾ ਕਾਵ ਸੰਗ੍ਰਹਿ ਕਿਹੜਾ ਹੈ? ਕਾਗਜ਼ ਤੇ ਕੈਨਵਸ। ਔਰ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਉਸਦੀ ਸਭ ਤੋਂ ਲੰਬੀ ਕਵਿਤਾ ਮੈਂ ਤਵਾਰੀਖਾਂ ਹਿੰਦ ਦੀ, ਉਹ ਕਵਿਤਾ ਵੀ ਕਾਗਜ਼ ਤੇ ਕੈਨਵਸ ਜਿਹੜਾ ਕਾਵ ਸੰਗ੍ਰਹਿ ਇਸ ਵਿੱਚ ਦਰਜ ਹੈ, ਠੀਕ ਹੈ ਜੀ। ਇਸ ਵਿੱਚ ਟੋਟਲ 114 ਕਵਿਤਾਵਾਂ ਨੇ। 7 ਕਾਵ ਸੰਗ੍ਰਹਿ ਇਸ ਵਿੱਚ ਐਡ ਕੀਤੇ ਗਏ ਨੇ। ਪੱਥਰ ਗੀਟਿਆਂ ਵਿੱਚੋਂ
4 कवितावां इस काव्य संग्रह विच ऐड होईयां ने। वाह सज्जन रब खैर करे इस काव्य संग्रह दीयां कवितावां नूं। हुण ये कवितावां खास क्यों ने, क्योंकि इस विच कवित्री दा सूफी रहस्यवाद जिहड़ा है बहुत हावी हो जाता है। वो सूफी रहस्यवाद की गल करती है। जदों इश्क की गल करती है वो इश्क मजाजी तो शुरू होकर इश्क हकीकी ते भी पहुँचती है, भी अमृता प्रीतम दीयां कवितावां विचों मिलदा है। उसका अगला काव्य संग्रह 6 रुत्तां 1969 1969 विच आया सी। ये भी किहड़ा काव्य संग्रह? प्रतिनिध काव्य संग्रह। इस विच भी काव्य संग्रह दीयां कवितावां दर्ज ने। पत्थर गीटे तो लैके कागज कैनवस तक दी काव्य संग्रह दीयां कवितावां जड़ियां सानू 6 रुत्तां विच मिलदियां। इस विच 78 कवितावां इसने दर्ज कीतियां। पत्थर गीटे चो 3, लम्मिया वाटा चो 3, सरगी वेला 1, सुनेड़े 1, अशोका चेती चो 1, कस्तूरी चो 7, नागमणी चो 24। बाकी पत्थर गीटे चो ने 3 कवितावां लितियां, लम्मिया वाटा चो 3 कविता लितियां है, सरगी वेला चो 1 लिती है, सुनेड़े विचों 1 लिती हुई है, अशोका चेती काव्य संग्रह विचों 1 कविता लिती हुई है, कस्तूरी काव्य संग्रह चो 7 लितियां हुई ते नागमणी विचों 40 काव्य। ਜਿਹੜਾ 6 रुत्तां काव्य संग्रह ना, ਇਹਦੇ ਵਿੱਚ ਜਿਹੜੇ ਸਾਡੇ ਦੇਸੀ ਮਹੀਨੇ ਹੈ ਉਹਨਾਂ ਦੀਆਂ 6 ਰੁੱਤਾਂ ਨੂੰ ਲੈ ਕੇ ਵਰਣਨ ਕੀਤਾ ਹੈ, ਜਿਹੜਾ ਕਿ ਚੇਤਰ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਜਿਵੇਂ ਗੁਰੂ ਸਾਹਿਬਾਨ ਜੀ ਨੇ ਰੁੱਤੀ ਦੀ ਰਚਨਾ ਕੀਤੀ ਹੈ, ਉਸੇ ਤਰ੍ਹਾਂ ਅਸੀਂ ਇਸ ਨੂੰ ਲੈ ਸਕਦੇ ਹਾਂ। ਚੇਤਰ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਕਵੀ ਜਿਹੜੀ ਹੈ, ਕਵਿਤਰੀ ਜਿਹੜੀ ਹੈ, ਉਹ ਆਪਣੀਆਂ ਕਵਿਤਾਵਾਂ ਦਾ ਵਿਕਾਸ ਪੜਾਅ ਦੱਸਦੀ ਹੈ। ਉਹ ਵਿਕਾਸ ਪੜਾਅ ਜਿਹੜਾ ਹੈ ਉਹਨੂੰ 4 ਭਾਗਾਂ ਵਿੱਚ ਵੰਡਦੀ ਹੈ ਕਿ ਉਸਦੀ ਜਿਹੜੀ ਕਵਿਤਾ ਹੈ वो 4 भागों विचों विकास कर रही है। 4 भागों चो पहला अचेतना चेतनता, दूजा तीसरा दलेरी, चौथा इकलता। ये 4 भागों विचों अपनी जिहड़ी है कविता का विकास होया दसदी है। ऐसे अमृता प्रीतम के काव्य संग्रह जिहड़े इंपॉर्टेंट सी उन्हां दी इंपॉर्टेंट कवितावां पिछली वीडियो देख लिओ, तुहानूं ज़्यादा क्लीयर हो जाएगा। सैकेंड ਜਿਹੜੀ ਇਹਨਾਂ ਦੀ ਕਵਿਤਾਵਾਂ ਕਾਵਿ ਸੰਗ੍ਰਹਿਆਂ ਦੀ ਪ੍ਰੋਪਰ ਲਿਸਟ ਹੈ ਉਹ ਇੱਕ ਹੋਰ ਪਾਰਟ ਬਣਾਵਾਂਗੀ, 3rd ਪਾਰਟ, ਉਹਦੇ ਵਿੱਚ ਦੱਸਾਂਗੀ ਤੇ ਉਹ ਤੋਂ ਤੁਸੀਂ ਪਹਿਲੇ ਕਾਵਿ ਸੰਗ੍ਰਹਿ ਤੋਂ ਲੈ ਕੇ ਅਖੀਰਲੇ ਕਾਵਿ ਸੰਗ੍ਰਹਿ ਔਰ ਕਿਹੜੀ ਸਾਲ ਵਿੱਚ ਆਏ ਉਹ ਤੁਹਾਨੂੰ ਪਤਾ ਚੱਲ ਜਾਏਗਾ। ਨੈਕਸਟ ਲਾਸਟ ਤੁਹਾਨੂੰ ਮੈਂ ਇੱਕ ਹੋਰ ਦੱਸ ਰਹੀ ਹਾਂ, ਅਗੇਨ ਪੰਜਾਬੀ ਮਾਸਟਰ ਕੈਡਰ ਦੀਆਂ ਕਲਾਸਿਸ ਚੱਲ ਰਹੀਆਂ, ਸੀਟੈਟ ਐਂਡ ਪੀਟੈਟ ਦੀਆਂ ਵੀ ਚੱਲ ਰਹੀਆਂ। ਜਿਹੜੇ ਕੈਡਰ ਇੰਟਰਸਟਿਡ ਹੈ ਉਹ ਜੁਆਇਨ ਕਰ ਸਕਦੇ ਆ। और प्लीज़ मेरे चैनल ਨੂੰ लाइक एंड सबसक्राइब एंड शेयर भी ज़रूर करियो। और एक चीज़ ਤੁਹਾਨੂੰ ਹੋਰ ਦੱਸਣਾ ਚਾਹਾਂਗੀ, ਆਧੁਨਿਕ ਕਵੀਆਂ ਦੇ ਮੈਂ ਕਾਵਿ ਸੰਗ੍ਰਹਿ ਪਾਏ ਹੋਏ ਨੇ, ਬਟ ਕੁਛ ਦੇ ਪਾਏ ਹੋਏ ਕੁਛ ਦੇ ਨਹੀਂ ਪਾਏ ਹੋਏ। ਹੁਣ ਇਸ ਤੋਂ ਅੱਗੇ ਅਸੀਂ ਅਗਲੇ ਲਵਾਂਗੇ ਕਵੀ ਕੋਈ ਕਵੀ ਨਹੀਂ, ਹੁਣ ਕਹਾਣੀਕਾਰ ਸਟਾਰਟ ਕਰਾਂਗੇ। ਉਹਨਾਂ ਦੀਆਂ ਕਹਾਣੀਆਂ ਦਾ ਤੁਹਾਨੂੰ ਜਿਹੜਾ ਵੇਰਵਾ ਉਹ ਦਵਾਂਗੀ। ਤੇ ਇਨ ਨੌਲੇਜ ਲੈਣ ਲਈ ਆਪਣਾ ਚੈਨਲ ਨੂੰ ਸਬਸਕ੍ਰਾइब ਕਰਿਓ ਕਿ ਤੁਸੀਂ ਇਸ ਦੇ ਇਨ ਟੱਚ ਰਹੋ। खुश रहो, हमेशा हंसते बसते रहो।